Waheguru Ji Ka Khalsa, Waheguru Ji Ki Fateh. Welcome to the channel of Optimistic Force. My name is Amneet Singh. This is a quick video in regard to clarifications that I'll be making in regard to the various doubts that students are having after 10th of August 2023. Be it in regard to will their file be considered under SDS category even if they have lower scores in one of the skills but are having an overall band score of 6 in IELTS, 60 in PTE and 83 in TOEFL. Second, in regard to the refusals that they have already received and what to do next. And third, in regard to the GCK portal as well, right? So the current ਜਿਹੜੀ situation ਹੈ ਨਾ ਅੱਜ ਇੱਕ ਚੀਜ਼ ਸਮਝੋ, without a doubt after 10th of August ਤੁਹਾਡੇ ਸਾਰਿਆਂ ਦੀ ਫਾਈਲਸ SDS ਕੈਟੇਗਰੀ ਦੇ ਵਿੱਚ ਕੰਸੀਡਰ ਹੋਣਗੀਆਂ ਹਾਲੇ, ਠੀਕ ਹੈ। ਇੱਕ ਚੀਜ਼ ਯਾਦ ਰੱਖਣਾ, ਭਾਵੇਂ ਤੁਹਾਡਾ ਸਕੋਰ ਕਿਸੇ ਇੱਕ ਮੋਡਿਊਲ ਦੇ ਵਿੱਚ ਘੱਟ ਹੈ, ਕਿਸੇ ਦੋ ਮੋਡਿਊਲ ਦੇ ਵਿੱਚ 6 ਤੋਂ ਘੱਟ ਹੈ, ਪਰ ਓਵਰਆਲ ਤੁਹਾਡਾ ਸਕੋਰ ਜਿਹੜਾ ਹੈ ਉਹ 6 ਹੈ, ਠੀਕ ਹੈ, ਜਾਂ PTE ਦੇ ਵਿੱਚ 60 ਹੈ ਜਾਂ ਟੋਫਲ ਦੇ ਵਿੱਚ 83 ਹੈ। ਪਹਿਲੀ ਗੱਲ ਤਾਂ ਇਹ ਡਾਊਟ ਕਲੀਅਰ ਕਰ ਲਓ, ਠੀਕ ਹੈ। ਤੁਹਾਡੇ ਸਾਰਿਆਂ ਦੀ ਫਾਈਲਸ SDS ਦੇ ਹੇਠ ਕੰਸੀਡਰ ਹੋਣਗੀਆਂ। SDS ਦੇ ਵਿੱਚ ਫਾਈਲ ਕੰਸੀਡਰ ਹੋਣ ਦਾ ਫਾਇਦਾ ਕੀ ਹੁੰਦਾ ਸੀ? ਸਭ ਤੋਂ ਪਹਿਲਾਂ ਦੇਖੋ, ਸਮਝੋ, ਪਹਿਲੀ ਗੱਲ ਤੁਹਾਡਾ ਜਿਹੜਾ ਵੀਜ਼ਾ ਪ੍ਰੋਸੈਸ ਹੈ ਉਹ ਐਕਸਪੀਡਾਈਟ ਹੋ ਜਾਊਗਾ। ਐਕਸਪੀਡਾਈਟ ਦਾ ਮਤਲਬ ਹੈ ਬਹੁਤ ਤੇਜ਼ ਹੋ ਜਾਊਗਾ, ਕੁਇਕ ਹੋ ਜਾਊਗਾ, ਰਾਈਟ। ਤੁਹਾਨੂੰ ਡਿਲੇ ਨਹੀਂ ਕਰਨਾ ਪਊਗਾ, ਠੀਕ ਹੈ। ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ, ਅਗਰ ਤੁਹਾਡਾ ਸਕੋਰ ਘੱਟ ਹੁੰਦਾ ਸੀ ਕਿਸੇ ਇੱਕ ਮੋਡਿਊਲ ਦੇ ਵਿੱਚ ਤਾਂ ਤੁਹਾਨੂੰ SDS ਕੈਟੇਗਰੀ ਨਾਨ SDS ਕੈਟੇਗਰੀ ਦੇ ਵਿੱਚ ਜਾਣਾ ਪੈਂਦਾ ਸੀ। ਜਿਹੜਾ ਨੁਕਸਾਨ ਇਹ ਹੁੰਦਾ ਸੀ ਵੀ ਇੱਕ ਤਾਂ ਉਹਦਾ ਵੀਜ਼ਾ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਸੀਗਾ, ਦੂਸਰਾ ਵੀ ਉਹਦਾ ਟਾਈਮ ਡਿਲੇ ਲੱਗਦਾ ਸੀਗਾ, ਠੀਕ ਹੈ। ਟਾਈਮ ਜ਼ਿਆਦਾ ਲੱਗ ਜਾਂਦਾ ਸੀਗਾ ਫਾਈਲ ਦੇ ਉੱਤੇ ਤੁਹਾਡਾ ਰਿਪਲਾਈ ਆਉਣ ਨੂੰ, ਤੁਹਾਡਾ ਫਾਈਨਲ ਰਿਜ਼ਲਟ ਆਉਣ ਨੂੰ, ਠੀਕ ਹੈ। ਇਹਦੇ 'ਚ ਬਹੁਤ ਛੇਤੀ ਆ ਜਾਏਗਾ, ਚਾਹੇ ਰਿਜ਼ਲਟ ਪੋਜ਼ੀਟਿਵ ਆਵੇ ਅਤੇ ਚਾਹੇ ਨੈਗੇਟਿਵ ਆਵੇ। SDS ਕੈਟੇਗਰੀ ਦੇ ਵਿੱਚ ਰਿਜ਼ਲਟ ਬਹੁਤ ਤੇਜ਼ ਆਊਗਾ, ਠੀਕ ਹੈ। ਪਰ ਹੁਣ ਸਿਨਾਰੀਓ ਕੀ ਹੈ ਵੀ ਬਹੁਤ ਸਾਰੇ ਸਿਚੁਏਸ਼ਨਸ ਐਸੀਆਂ ਹੁਣ ਨਿਕਲ ਕੇ ਆ ਰਹੀਆਂ ਨੇ। ਜਦੋਂ ਦਾ 10 ਅਗਸਤ ਦੀ ਅਪਡੇਟ ਆਈ ਹੈ IRCC ਵੱਲੋਂ SDS ਕੈਟੇਗਰੀ ਦੇ ਵਿੱਚ ਸਾਰਿਆਂ ਨੂੰ ਕੰਸੀਡਰ ਕਰਨ ਦੇ ਨਾਲ, ਉਹ ਇਹ ਆ ਵੀ ਕੁਝ ਸਟੂਡੈਂਟਸ ਐਸੇ ਨੇ ਜਿਨ੍ਹਾਂ ਦੀ 2 ਰਿਫਿਊਜ਼ਲਸ ਆਲਰੇਡੀ ਆ ਚੁੱਕੀਆਂ ਨੇ, 3 ਰਿਫਿਊਜ਼ਲਸ ਵੀ ਆ ਚੁੱਕੇ ਨੇ, ਐਸੇ ਵੀ ਹੈਗੇ ਨੇ ਕਈ, ਹੈ ਨਾ। ਤੁਸੀਂ ਸਾਡੇ ਪੇਜ 'ਤੇ ਵੀ, ਸਾਡੇ ਚੈਨਲ 'ਤੇ ਵੀ ਕਾਫੀ ਕਮੈਂਟ ਕਰਕੇ ਸਾਨੂੰ ਦੱਸਿਆ ਵੀ ਸਾਡੇ 2 ਰਿਫਿਊਜ਼ਲਸ ਨੇ, 3 ਰਿਫਿਊਜ਼ਲਸ ਨੇ, ਅਤੇ ਸਾਡਾ ਬੈਂਡ ਸਕੋਰ ਇੱਕ ਮੋਡਿਊਲ ਦੇ ਵਿੱਚ ਜਾਂ 2 ਮੋਡਿਊਲ ਦੇ ਵਿੱਚ 5.5 ਹੈ ਅਤੇ ਬਾਕੀਆਂ ਦੇ ਵਿੱਚ 6.5 ਹੈ, ਜਿਹਦੇ ਕਰਕੇ ਸਾਡਾ ਓਵਰਆਲ ਜਿਹੜਾ ਬੈਂਡ ਸਕੋਰ ਆ ਉਹ 6 IELTS ਦੇ ਵਿੱਚ ਜਾਂ 61 ਹੈ, 60 ਹੈ PTE ਦੇ ਵਿੱਚ। ਤਾਂ ਇੱਕ ਗੱਲ ਸਮਝੋ, ਤੁਸੀਂ ਫਾਈਲ ਤਾਂ ਲਗਾ ਸਕਦੇ ਹੋ SDS ਦੇ ਵਿੱਚ, ਜਿਹਦਾ ਤੁਹਾਡਾ ਰਿਜ਼ਲਟ ਵੀ ਬਹੁਤ ਛੇਤੀ ਆ ਜਾਊਗਾ, ਠੀਕ ਹੈ। ਪਰ ਇਹ ਨਾ ਸੋਚੋ ਵੀ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋ ਸਕਦਾ ਐਤਕੀ, ਕਿਉਂਕਿ ਤੁਹਾਨੂੰ ਪਹਿਲਾਂ ਇਹ ਸਮਝਣਾ ਪਊਗਾ ਵੀ ਵੀਜ਼ਾ ਪਹਿਲਾਂ ਕਿਉਂ ਰਿਫਿਊਜ਼ ਹੋਇਆ ਸੀਗਾ। ਇੱਕ ਗੱਲ ਨੂੰ ਧਿਆਨ ਨਾਲ ਸਮਝੋ। ਦੇਖੋ, ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਉਹ ਬੱਚਿਆਂ ਲਈ ਜਿਹੜੇ ਕਿ ਵੀਜ਼ਾ ਲਗਾ ਰਹੇ ਨੇ ਜਾਂ ਉਹ ਜਿਹੜੇ ਲਗਾ ਚੁੱਕੇ ਨੇ ਜਾਂ ਹਜੇ ਸਿਰਫ ਤਿਆਰੀ ਕਰ ਰਹੇ ਨੇ, ਠੀਕ ਹੈ, ਆਪਣੇ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਦੀ। ਕਿਉਂਕਿ ਤੁਹਾਡੀ ਰਿਫਿਊਜ਼ਲ ਨਹੀਂ ਆਉਣੀ ਚਾਹੀਦੀ। ਅਗਰ ਤੁਹਾਡੀ ਰਿਫਿਊਜ਼ਲ ਆਈ ਹੈ ਤਾਂ ਤੁਸੀਂ ਜਾਣਨਾ ਬਹੁਤ ਜ਼ਰੂਰੀ ਹੈ ਤੁਹਾਡੀ ਰਿਫਿਊਜ਼ਲ ਕਿਉਂ ਸੀ, ਵੀਜ਼ਾ ਆਫਿਸਰ ਨੂੰ ਐਸੀ ਕਿਹੜੀ ਗੱਲ ਨਹੀਂ ਚੰਗੀ ਲੱਗੀ, ਠੀਕ ਹੈ। ਅਗਰ ਤੁਹਾਨੂੰ ਉਹਦਾ ਜਵਾਬ ਨਹੀਂ ਮਿਲ ਰਿਹਾ ਤਾਂ ਤੁਸੀਂ ਕੇਪ ਨੋਟਸ ਕਢਵਾ ਸਕਦੇ ਹੋ, ਜਿਹਦੇ 'ਚ ਕਲੀਅਰਲੀ ਵੀਜ਼ਾ ਆਫਿਸਰ ਦੱਸਦਾ ਹੈ ਵੀ ਮੈਂ ਤੁਹਾਡੀ ਜਿਹੜੀ ਵੀਜ਼ਾ ਹੈ ਇਹਨੂੰ ਰਿਫਿਊਜ਼ ਕਿਉਂ ਕੀਤਾ ਆ, ਉਹਦੇ ਕੀ ਚੀਜ਼ਾਂ ਪਿੱਛੇ ਫੈਕਟਰ ਸੀਗੇ। ਦੇਖੋ, ਮੋਟੇ-ਮੋਟੇ ਨਾ 3 ਫੈਕਟਰ ਹੁੰਦੇ ਨੇ, ਵੈਸੇ ਤਾਂ ਇਹਦੇ 5 ਫੈਕਟਰ ਹੁੰਦੇ ਨੇ ਵੀਜ਼ਾ ਰਿਫਿਊਜ਼ ਕਰਨ ਵਾਸਤੇ। ਕਿਉਂ ਵੀਜ਼ਾ ਰਿਫਿਊਜ਼ ਹੁੰਦਾ ਹੈ ਸਟੂਡੈਂਟ ਵੀਜ਼ਾ, ਇਹਦੇ ਰਿਗਾਰਡ 'ਚ ਆਪਾਂ ਆਲਰੇਡੀ ਇੱਕ ਵੀਡੀਓ ਬਣਾ ਚੁੱਕੇ ਹਾਂ, ਤੁਸੀਂ ਦੇਖ ਸਕਦੇ ਹੋ। ਕਿਤੇ ਨਾ ਕਿਤੇ ਤੁਸੀਂ ਚੈਨਲ ਚੈੱਕ ਕਰ ਸਕਦੇ ਹੋ, ਜਾਂ ਤੁਹਾਨੂੰ ਆਈ ਬਟਨ 'ਚ ਮਿਲ ਜਾਏਗਾ ਜਾਂ ਤੁਹਾਨੂੰ ਕਿਤੇ ਨਾ ਕਿਤੇ ਲਿੰਕ ਮਿਲ ਜਾਏਗਾ ਡਿਸਕ੍ਰਿਪਸ਼ਨ ਦੇ ਵਿੱਚ ਉਸ ਵੀਡੀਓ ਨੂੰ ਚੈੱਕਆਊਟ ਕਰਨ ਲਈ। ਪਰ ਮੇਜਰ 3 ਕਾਰਨ ਹੁੰਦੇ ਨੇ ਵੀਜ਼ਾ ਰਿਫਿਊਜ਼ ਹੋਣ ਦੇ। ਪਹਿਲਾ ਹੁੰਦਾ ਹੈ ਇੰਟੈਂਸ਼ਨ ਟੂ ਰਿਟਰਨ ਟੂ ਯਰ ਹੋਮ ਕੰਟਰੀ। ਦੂਸਰਾ ਹੁੰਦਾ ਹੈ ਵੀ ਤੁਹਾਡਾ ਕੋਰਸ ਪ੍ਰੋਗਰੈਸ਼ਨ ਹੈ, ਕੋਰਸ ਜਿਹੜਾ ਤੁਸੀਂ ਉੱਥੇ ਚੂਜ਼ ਕਰ ਰਹੇ ਹੋ ਉਹ ਇਨਲਾਈਨ ਹੈ ਵਿਦ ਯੋਰ ਸਟੱਡੀ ਦੈਟ ਯੂ ਹੈਵ ਡਨ ਇਨ ਯੋਰ ਹੋਮ ਕੰਟਰੀ, ਠੀਕ ਹੈ। ਅਤੇ ਥਰਡ ਹੁੰਦਾ ਆ ਫੰਡਸ ਦਾ ਇਸ਼ੂ, ਠੀਕ ਹੈ। ਜੇ ਤੁਹਾਡੇ ਫੰਡਸ ਜਿਹੜੇ ਨੇ ਸਹੀ ਨਹੀਂ ਹੈਗੇ ਜਾਂ ਪੂਰੇ ਨਹੀਂ ਹੈਗੇ ਜੋ ਸ਼ੋਅ ਕਰ ਰਹੇ ਨੇ, ਠੀਕ ਹੈ, ਜੋ ਜਿਸ ਕਰਕੇ ਪਹਿਲਾਂ ਲੋਕ ਨਾਨ SDS 'ਤੇ ਲਗਾਉਂਦੇ ਹੁੰਦੇ ਸੀਗੇ, ਠੀਕ ਹੈ। ਤਾਂ ਪਹਿਲੀ ਗੱਲ ਸਮਝੋ, ਇੰਟੈਂਸ਼ਨ ਟੂ ਰਿਟਰਨ ਅਗਰ ਤੁਸੀਂ ਨਹੀਂ ਕਲੀਅਰ ਕਰ ਪਾਓਗੇ ਤਾਂ ਓਬਵੀਅਸਲੀ ਵੀਜ਼ਾ ਰਿਜੈਕਟ ਹੋਏਗਾ ਹੀ ਹੋਏਗਾ, ਠੀਕ ਹੈ। ਅਤੇ ਦੂਸਰੀ ਗੱਲ ਕਰੀਅਰ ਪ੍ਰੋਗਰੈਸ਼ਨ, ਠੀਕ ਹੈ। ਹੁਣ ਮੰਨ ਲਓ ਤੁਸੀਂ ਬੈਚਲਰਸ ਕਰ ਚੁੱਕੇ ਹੋ, ਇੱਥੇ ਗ੍ਰੈਜੂਏਟ ਹੈਗੇ ਹੋ, ਐਂਡ ਨਾਓ ਯੂ ਆਰ ਲੁਕਿੰਗ ਟੂ ਸਿਲੈਕਟ ਅ ਕੋਰਸ ਵਿਚ ਇਜ਼ ਐਟ ਅ ਡਿਪਲੋਮਾ ਲੈਵਲ। then obviously the visa officer will think, why are you choosing a diploma level course despite having a graduation, ठीक है, under your bag। ਤੁਹਾਡੇ ਕੋਲ ਗ੍ਰੈਜੂਏਸ਼ਨ ਆ, ਤੁਸੀਂ ਬੈਚਲਰਸ ਹੋ ਤਾਂ ਡਿਪਲੋਮਾ ਕਿਉਂ ਚੂਜ਼ ਕਰ ਰਹੇ ਹੋ? ਉਹ ਅਗਰ ਜਸਟੀਫਾਈ ਨਹੀਂ ਕੀਤਾ, ਠੀਕ ਹੈ। ਐਂਡ ਸਿਮਿਲਰਲੀ ਅਗਰ ਤੁਸੀਂ ਹੈਗੇ ਹੋ ਇੰਜੀਨੀਅਰਿੰਗ ਬੈਕਗਰਾਊਂਡ 'ਚੋਂ, ਨਾਓ ਯੂ ਗੋਇੰਗ ਅਹੈਡ ਫॉर ਐਨ ਅਕਾਊਂਟੈਂਸੀ ਕੋਰਸ, ਦੈਨ ਓਬਵੀਅਸਲੀ ਦੇਰ ਇਜ਼ ਨਾਟ ਅ ਕਲੀਅਰ ਪ੍ਰੋਗਰੈਸ਼ਨ, ਰਾਈਟ। ਇਨਲਾਈਨ ਨਹੀਂ ਹੈਗੀ ਚੀਜ਼ਾਂ, ਤਾਂ ਇਸ ਕਰਕੇ ਇਹ ਸਟ੍ਰੇਟ ਅਵੇ ਤਰੀਕਾ ਆ ਰਿਫਿਊਜ਼ ਕਰਨ ਦਾ। ਕਿਉਂਕਿ ਪਤਾ ਕੀ ਹੁੰਦਾ, ਜਿਹੜਾ ਇੱਕ ਐਕਸਪਰਟ ਹੈ ਨਾ, ਜਿਵੇਂ ਵੀਜ਼ਾ ਆਫਿਸਰਸ ਐਕਸਪਰਟਸ ਨੇ, ਠੀਕ ਹੈ, ਉਹਨਾਂ ਨੇ ਸਿਰਫ ਤੁਹਾਡਾ ਨਹੀਂ ਪਹਿਲੀ ਵਾਰੀ ਜਾਂ 10 ਕੁ ਸਟੂਡੈਂਟਸ ਦਾ ਨਹੀਂ ਚੈੱਕ ਕੀਤਾ,
ਵੀਜ਼ਾ ਫਾਈਲ, ਠੀਕ ਹੈ। ਉਹਨਾਂ ਨੇ ਹਜ਼ਾਰਾਂ ਹੀ ਲੱਖਾਂ ਹੀ ਸਟੂਡੈਂਟਸ ਦਾ ਕੀਤਾ ਹੋਏਗਾ ਹੁਣ ਤੱਕ। ਤਾਂ ਐਕਸਪਰਟ ਹੈ, ਜਿਹੜਾ ਬੰਦਾ ਐਕਸਪਰਟ ਹੁੰਦਾ ਨਾ ਉਹ ਪਛਾਣ ਜਾਂਦਾ ਹੁੰਦਾ ਵੀ ਤੁਸੀਂ ਲਿਖਿਆ ਕੀ ਹੈ, ਤੁਹਾਡੀ ਇੰਟੈਂਸ਼ਨ ਕਲੀਅਰ ਹੈਗੀ ਕਿ ਨਹੀਂ ਹੈਗੀ, ਠੀਕ ਹੈ। ਤਾਂ ਇਹ 3 ਚੀਜ਼ਾਂ ਨੇ ਇਨਕਲੂਡਿੰਗ ਦ ਫੰਡਸ। ਅਗਰ ਤੁਹਾਡੇ ਫੰਡਸ ਨਹੀਂ ਠੀਕ ਹੈਗੇ ਪੂਰੇ ਪ੍ਰਤ, ਠੀਕ ਹੈ, ਜਿੰਨੇ ਕਿ ਚਾਹੀਦੇ ਨੇ, ਤਾਂ ਓਬਵੀਅਸਲੀ ਤੁਹਾਨੂੰ ਉਹ ਜਿਹੜੀ ਕੈਟੇਗਰੀ ਆ ਆਪਣੀ ਸਟਰੋਂਗ ਕਰਨੀ ਪਏਗੀ। ਅਗਰ ਤੁਹਾਡਾ ਇਨਕਮ ਸਟੇਟਸ ਨਹੀਂ ਇੰਨਾ ਵਧੀਆ ਹੈਗਾ, ਬੈਕਗਰਾਊਂਡਸ ਨਹੀਂ ਹੈਗੀ, ਅਗਰ ਤੁਹਾਡੀ ITS ਨਹੀਂ ਫਿਲਡ ਆਊਟ ਹੈਗੀਆਂ ਸਹੀ ਤਰ੍ਹਾਂ ਤੁਹਾਡੇ ਪੈਰੈਂਟਸ ਦੀ ਜਾਂ ਤੁਹਾਡੇ ਫਾਦਰ ਦੀ, ਜੋ ਤੁਹਾਡੇ ਲਈ ਫੰਡ ਕਰ ਰਹੇ ਨੇ, ਠੀਕ ਹੈ, ਪੜ੍ਹਾਈ, ਤਾਂ ਓਬਵੀਅਸਲੀ ਤੁਹਾਨੂੰ ਫੰਡਸ ਪੂਰੇ ਦਿਖਾਣੇ ਪੈਣਗੇ, ਠੀਕ ਹੈ। ਤਾਂ ਉਹ ਵੀ ਆਪਾਂ ਕੰਸੀਡਰ ਕਰਨਾ ਹੈ ਆਪਸ਼ਨ ਬਹੁਤ ਚੰਗੀ ਤਰੀਕੇ ਨਾਲ। ਹੁਣ ਦੇਖੋ ਦੂਸਰੀ ਗੱਲ ਇਹ ਆ, ਤੁਸੀਂ ਰਿਫਿਊਜ਼ਲਸ ਜਦ ਤੱਕ ਨਹੀਂ ਸਮਝੋਗੇ ਨਾ, ਆਪਣੇ ਕੇਸ ਆਫਿਸਰ ਨਾਲ ਨਹੀਂ ਪੁੱਛੋਗੇ, ਆਪਣੇ ਵੀਜ਼ਾ ਕੰਸਲਟੈਂਟ ਨਾਲ ਜਾਂ ਸਟੱਡੀ ਕੰਸਲਟੈਂਟ ਨਾਲ ਨਹੀਂ ਗੱਲ ਕਰੋਗੇ, ਤਾਂ ਤੁਹਾਨੂੰ ਨਹੀਂ ਪਤਾ ਚੱਲੇਗਾ ਵੀ ਤੁਹਾਡੀ ਰਿਫਿਊਜ਼ਲ ਕਿਉਂ ਆਈ। ਤੇ ਅਗਰ ਤੁਸੀਂ ਨਹੀਂ ਸਮਝੀ, ਦੈਨ what will happen is you will end up having more refusals down the lane। ਜਿਹਦੀਆਂ 2 ਆਈਆਂ ਸੀ ਉਹ 3 ਲੈ ਕੇ ਬਹਿ ਜਾਊਗਾ, ਜਿਹਦੀਆਂ 3 ਆਈਆਂ ਸੀ ਉਹ 4 ਲੈ ਕੇ ਬਹਿ ਜਾਊਗਾ, ਤਾਂ ਉਹਦਾ ਤਾਂ ਕੋਈ ਫਾਇਦਾ ਨਹੀਂ ਨਾ ਹੈਗਾ। ਇਹ ਗੱਲ ਨੂੰ ਕਲੀਅਰਲੀ ਸਮਝੋ, ਠੀਕ ਹੈ। ਆਪਾਂ ਰਿਫਿਊਜ਼ਲਸ ਨਹੀਂ ਲੈਣੀਆਂ, ਆਪਾਂ ਆਪਣੇ ਚਾਂਸਸ ਆਫ ਵੀਜ਼ਾ ਸਕਸੈਸ ਨੂੰ ਵਧਾਉਣਾ ਆ, ਠੀਕ ਹੈ। ਉਹ ਤਾਂ ਵਧਾ ਸਕਦੇ ਜਦੋਂ ਸਾਡੀ ਕਲੀਅਰ ਸਾਨੂੰ ਪਤਾ ਹੋਏਗਾ ਵੀਜ਼ਾ ਕਿਉਂ ਰਿਫਿਊਜ਼ ਹੋਇਆ। ਅਗਰ ਵੀਜ਼ਾ ਰਿਫਿਊਜ਼ ਹੋ ਚੁੱਕਾ ਤੁਹਾਡਾ ਲਾਸਟ ਟਾਈਮ, ਅਗਰ ਨਹੀਂ ਹੋਇਆ ਪਹਿਲੀ ਵਾਰੀ ਅਪਲਾਈ ਕਰ ਰਹੇ ਹੋ, ਤਾਂ ਮੇਕ ਸ਼ੋਰ ਮੇਕ ਯੋਰ SOP ਐਜ਼ ਕਲੀਨ ਐਂਡ ਐਜ਼ ਸਟ੍ਰੇਟ ਐਜ਼ ਪੋਸੀਬਲ, ਠੀਕ ਹੈ। ਅਗਰ ਤੁਹਾਡੀ ਇੰਟੈਂਸ਼ਨ ਟੂ ਲੀਵ ਦ ਕੰਟਰੀ ਆਫਟਰ ਯੋਰ ਸਟੱਡੀ ਪਰਮਿਟ ਇਜ਼ ਓਵਰ ਔਰ ਆਫਟਰ ਯੋਰ ਡਿਊਰੇਸ਼ਨ ਆਫ ਪੋਸਟ ਗ੍ਰੈਜੂਏਟ ਵਰਕ ਪਰਮਿਟ ਇਜ਼ ਓਵਰ, ਅਗਰ ਨਹੀਂ ਕਲੀਅਰ ਹੈ ਤਾਂ ਤੁਹਾਨੂੰ ਵੀਜ਼ਾ ਰਿਫਿਊਜ਼ਲ ਮਿਲੇਗੀ। ਅਗਰ ਤੁਹਾਡਾ ਕੋਰਸ ਸਿਲੈਕਸ਼ਨ ਇਨ ਪ੍ਰੋਗਰੈਸ਼ਨ ਵਿਦ ਯੋਰ ਪਾਸਟ ਸਟੱਡੀ ਨਹੀਂ ਹੈ, ਅਗੇਨ ਯੂ ਵਿਲ ਬੀ ਹੈਵਿੰਗ ਅ ਚਾਂਸ ਟੂ ਗੈਟ ਅ ਵੀਜ਼ਾ ਰਿਫਿਊਜ਼ਲ ਐਂਡ ਓਬਵੀਅਸਲੀ ਇਨ ਰਿਗਾਰਡ ਟੂ ਦ ਫੰਡਸ ਐਜ਼ ਵੈਲ, ਠੀਕ ਹੈ। ਤਾਂ ਇਹ ਚੀਜ਼ਾਂ ਤੁਹਾਨੂੰ ਕਲੀਅਰਲੀ ਪਤਾ ਹੋਣੀ ਚਾਹੀਦੀਆਂ ਨੇ, ਜਿਹਦੇ ਰਿਗਾਰਡ 'ਚ ਤੁਸੀਂ ਵੀਡੀਓ ਵੀ ਚੈੱਕ ਕਰ ਸਕਦੇ ਹੋ, ਠੀਕ ਹੈ। ਹੁਣ ਇੱਕ ਚੀਜ਼ ਹੈ ਵੀ ਆਪਣੇ ਨਾ ਲੈਸਨ ਸਿੱਖਣੇ, ਜੋ ਕਿ ਮੈਂ ਹੁਣ ਤੁਸੀਂ ਸਿੱਖਿਆ, ਜੋ ਗਲਤੀਆਂ ਹੋਈਆਂ ਪਾਸਟ ਮਿਸਟੇਕਸ ਨੂੰ ਤਾਂ ਲੈਸਨ ਸਿੱਖੋ ਤੇ ਅੱਗੇ ਇੰਪਰੂਵ ਕਰੋ। ਅੱਛਾ, ਹੁਣ ਬਹੁਤ ਸਾਰੀ ਐਸੀ ਚੀਜ਼ਾਂ ਨੇ ਜੋ ਕਿ ਸਟੂਡੈਂਟਸ ਪੁੱਛ ਰਹੇ ਨੇ। ਉਹ ਇਹ ਪੁੱਛਦੇ ਨੇ ਵੀ ਸਰ ਸਾਡੇ ਬੈਂਡ ਸਕੋਰ ਘੱਟ ਹੈ, ਠੀਕ ਹੈ। ਹੁਣ ਆਪਾਂ ਗ੍ਰੈਜੂਏਟ ਹੈਗੇ ਹਾਂ ਅਤੇ ਹੁਣ ਆਪਾਂ ਇੱਕ ਕਾਲਜ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹਾਂ ਐਂਡ ਸਾਡਾ ਬੈਂਡ ਸਕੋਰ ਘੱਟ ਹੈ, 2 ਦੇ ਵਿੱਚ 5.5 ਨੇ ਜਾਂ ਕਿਸੇ ਇੱਕ 'ਚ 5 ਹੈ ਨਾ, ਅਤੇ ਇੱਕ 'ਚ 5.5 ਹੈ ਐਂਡ ਬਾਕੀਆਂ 'ਚ ਇੰਨੇ ਨੇ ਵੀ ਓਵਰਆਲ ਸਾਡਾ ਸਕੋਰ ਜਿਹੜਾ ਐਜ਼ ਦਾ ਉਹ 6 ਬਣ ਜਾਂਦਾ ਹੈ। ਤਾਂ ਕੀ ਸਾਨੂੰ ਵਧੀਆ ਕਾਲਜ 'ਚ ਮਿਲ ਸਕਦੀ ਹੈ ਐਡਮਿਸ਼ਨ? ਤਾਂ ਆਨਸਰ ਹੈ ਨਹੀਂ ਮਿਲ ਸਕਦੀ ਤੁਹਾਨੂੰ ਵਧੀਆ ਐਡਮਿਸ਼ਨ। ਕਿਉਂ? ਕਿਉਂਕਿ ਵਧੀਆ ਕਾਲਜ ਦੀ ਵਧੀਆ ਬੈਂਡ ਰਿਕੁਆਇਰਮੈਂਟ ਦੀ ਐਲੀਜੀਬਿਲਿਟੀ ਹੈ, ਤਾਂ ਤੁਸੀਂ ਉਸ ਬੈਂਡ ਰਿਕੁਆਇਰ ਦੀ ਐਲੀਜੀਬਿਲਿਟੀ ਨੂੰ ਮੀਟ ਹੀ ਨਹੀਂ ਕਰ ਰਹੇ ਹੋ, ਤੁਸੀਂ ਸਿਰਫ ਐਮਬੈਸੀ ਦੀ ਐਲੀਜੀਬਿਲਿਟੀ ਨੂੰ ਮੀਟ ਕੀਤਾ, ਜਿਹਦੇ ਹੇਠ ਤੁਹਾਡੀ ਫਾਈਲ SDS 'ਚ ਜ਼ਰੂਰ ਲੱਗ ਜਾਊਗੀ। ਪਰ ਕੀ ਚਾਂਸਸ ਨੇ ਕਿ ਤੁਹਾਨੂੰ ਹਮੇਸ਼ਾ ਕਾਲਜ ਉਹ ਦੇ ਦੇਊਗਾ ਸੀਟ? ਨਹੀਂ, ਜ਼ਰੂਰੀ ਨਹੀਂ, ਕਿਉਂਕਿ ਉਹਦੀ ਰਿਕੁਆਇਰਮੈਂਟ ਉੱਤੇ। ਅਗਰ ਤੁਹਾਡੀ ਰਿਕੁਆਇਰਮੈਂਟ ਉੱਤੇ ਹੈ ਐਜ਼ ਅ ਕਾਲਜ ਜਾਂ ਯੂਨੀਵਰਸਿਟੀ ਦੀ, ਤਾਂ ਤੁਸੀਂ ਘੱਟ ਰਿਕੁਆਇਰਮੈਂਟ ਦੇ ਅਕੋਰਡਿੰਗ ਆਪਣਾ ਲੈਂਗੁਏਜ ਸਕੋਰ ਕਾਰਡ ਨਹੀਂ ਅਪਡੇਟ ਕਰਕੇ ਲਗਾਓਗੇ, ਵਧੀਆ ਨਹੀਂ ਕਰੋਗੇ ਸਕੋਰਸ ਨੂੰ, ਤਾਂ ਤੁਹਾਨੂੰ ਕਿਵੇਂ ਦੇ ਦੂਗੀ ਸੀਟ? ਤੁਹਾਨੂੰ ਆਫਰ ਲੈਟਰ ਨਹੀਂ ਆਏਗੀ। ਤੁਹਾਡਾ ਜੇ ਆਫਰ ਲੈਟਰ ਆਵੇਗੀ ਤਾਂ ਵੀ ਕੇਸ ਆਫਿਸਰ ਦੇਖੂਗਾ ਵੀ ਯਾਰ ਰਿਕੁਆਇਰਮੈਂਟ ਇੰਨੀ ਸੀ ਕਾਲਜ ਯੂਨੀਵਰਸਿਟੀ ਦੀ, ਠੀਕ ਹੈ, ਤਾਂ ਤੁਸੀਂ ਇੰਨੀ ਰਿਕੁਆਇਰਮੈਂਟ 'ਤੇ ਲਗਾ ਰਹੇ ਹੋ, ਤਾਂ ਤੁਹਾਡਾ ਵੀਜ਼ਾ ਨਹੀਂ ਫੁਲਫਿਲ ਕਰ ਰਿਹਾ ਰਿਕੁਆਇਰਮੈਂਟ ਨੂੰ, ਤੁਹਾਨੂੰ ਉਹ ਰਿਜੈਕਸ਼ਨ ਹੀ ਮਿਲੇਗੀ। ਤਾਂ ਮੇਕ ਸ਼ੋਰ ਯੂ ਗੋਟ ਟੂ ਇੰਪਰੂਵ ਯੋਰ ਸਕੋਰਸ, ਰਾਈਟ। Make sure you learn from your past mistakes, why you faced any sort of refusals, and if you're filing it for the very first time, ਤੁਸੀਂ ਧਿਆਨ ਨਾਲ ਸਮਝਣਾ ਹੈ ਵੀ ਮੈਂ SOP ਰਾਈਟ ਕਿੱਦਾਂ ਕਰਨੀ ਹੈ। ਅਗਰ ਤੁਹਾਨੂੰ ਨਹੀਂ ਲਿਖਣੀ ਆਉਂਦੀ, ਕੰਸਲਟ ਯੋਰ ਵੀਜ਼ਾ ਕੰਸਲਟੈਂਟ or your study consultant, right, or anybody expert in this field. You can consult us as well, right? We can make brilliant SOPs for you in regard to, so that you do not achieve any of the visa refusals, ਠੀਕ ਹੈ। ਤੇ ਤੀਸਰੀ ਗੱਲ ਹੈ ਵੀ ਤੁਸੀਂ SDS ਦੇ ਹੇਠ ਲਗਾ ਸਕਦੇ ਹੋ, ਕੋਈ ਟੈਨਸ਼ਨ ਨਹੀਂ ਗੀ। ਤੁਹਾਡਾ ਓਵਰਆਲ 6 ਹੈ ਆਇਲਸ ਦੇ ਵਿੱਚ, 60 ਹੈ PTA ਦੇ ਵਿੱਚ, 83 ਹੈ ਟੋਫਲ ਦੇ ਵਿੱਚ, ਤਾਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਹੁਣ ਤੀਜੀ ਤੇ ਮੋਸਟ ਇੰਪੋਰਟੈਂਟ ਚੀਜ਼ ਹੈ ਕਿ GCQ ਅਪਡੇਟ ਹੋਇਆ ਪੋਰਟਲ ਕਿ ਨਹੀਂ ਹੋਇਆ। ਸੈਡਲੀ ਹਾਲੇ ਤੱਕ ਨਹੀਂ ਹੋਇਆ, ਪਰ ਅਪਡੇਟ ਹੋਣ ਦਾ ਮਤਲਬ ਇਹ ਨਹੀਂ ਹੈ ਵੀ ਤੁਹਾਡੀ ਫਾਈਲ ਨਹੀਂ ਪਿਕ ਹੋਏਗੀ। ਅਪਡੇਟ ਹੋਣ ਦਾ ਮਤਲਬ ਇਹ ਹੈ ਵੀ ਉਹਦਾ ਜਿਹੜਾ ਇੰਟਰਫੇਸ ਹੈ ਨਾ, ਤੁਸੀਂ ਜਿਵੇਂ ਮੋਬਾਈਲਸ 'ਤੇ ਦੇਖਦੇ ਹੋ, ਅਗਰ ਤੁਸੀਂ ਐਂਡਰੋਇਡ ਯੂਜ਼ਰ ਹੋ ਤਾਂ ਤੁਹਾਡੇ 'ਚ ਉਹਦੇ 'ਚ ਚੱਲਦਾ ਐਂਡਰੋਇਡ ਦਾ ਇੰਟਰਫੇਸ, ਅਗਰ ਆਈਫੋਨ ਯੂਜ਼ਰ ਹੋ ਤਾਂ ਉਹਦੇ 'ਚ iOS ਚੱਲਦਾ। ਉਹਦਾ ਸਿਰਫ ਇੰਟਰਫੇਸ ਨਹੀਂ ਅਪਡੇਟ ਹੋਇਆ, ਠੀਕ ਹੈ, ਉਹ ਓਵਰਹਾਲਿੰਗ 'ਚ ਹੈ, ਹਾਲੇ ਉਹਨੂੰ ਟਾਈਮ ਲੱਗ ਰਿਹਾ। ਅਸੀਂ ਨਹੀਂ ਦੱਸ ਸਕਦੇ ਵੀ ਕਿਉਂ ਟਾਈਮ ਲੱਗ ਰਿਹਾ, ਕੋਈ ਵੀ ਨਹੀਂ ਦੱਸ ਸਕਦਾ, ਪਰ ਟਾਈਮ ਲੱਗ ਰਿਹਾ, ਰਾਈਟ। ਪਰ ਸਿਰਫ ਉਹਦੇ 'ਚ ਬਦਲਾਅ ਆਉਣ ਨੂੰ ਟਾਈਮ ਲੱਗ ਰਿਹਾ, ਇਹਦਾ ਮਤਲਬ ਇਹ ਨਹੀਂ ਤੁਹਾਡੀ ਫਾਈਲ ਨਹੀਂ ਪਿਕ ਹੋਏਗੀ। ਇੱਕ ਗੱਲ ਯਾਦ ਰੱਖਣਾ, ਇਫ ਯੂ ਹੈਵ ਅ ਵੈਲਿਡ ਸਕੋਰ ਕਾਰਡ, right, which has not expired yet, right, is having at least 6 months of validity left, ठीक है, to expire, you can apply without any doubt. Your file will be picked under SDS category if you are having overall 6 in IELTS, 60 in PT, 83 in TOEFL, right। ਤਾਂ ਇੰਨੀਆਂ ਕਲੈਰੀਫਿਕੇਸ਼ਨਸ ਆਈ ਬਿਲੀਵ ਮੈਂ ਸਾਰਿਆਂ ਦੀ ਦੇ ਚੁੱਕਾ, ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਸਟੂਡੈਂਟਸ ਪੁੱਛ ਰਹੇ ਸੀਗੇ, ਰਾਈਟ। And if you like the video, make sure you press the like button, press the bell icon to receive notifications for new updates and new videos on the channel, right? If you're new to the channel, consider subscribing it. And until then, see you. Bye.